Hello students, welcome to World History। ਸਾਡਾ ਕੁਐਸਚਨ ਚੱਲ ਰਿਹਾ ਸੀ 1799 ਈਸਵੀ ਦੀ ਫਰਾਂਸੀਸੀ ਕ੍ਰਾਂਤੀ ਦੇ ਕਾਰਨਾਂ ਦਾ ਵਰਣਨ ਕਰੋ। ਪਿਛਲੀ ਕਲਾਸਾਂ ਵਿੱਚ ਅਸੀਂ ਇਸ ਕ੍ਰਾਂਤੀ ਦੇ ਰਾਜਨੀਤਿਕ ਅਤੇ ਸਮਾਜਿਕ ਕਾਰਨਾਂ ਦੀ ਚਰਚਾ ਕਰ ਚੁੱਕੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਆਰਥਿਕ ਕਾਰਨਾਂ ਨੂੰ ਸਮਝਾਂਗੇ। 1799 ਈਸਵੀ ਦੀ ਕ੍ਰਾਂਤੀ ਵਿੱਚ ਲੂਈ 16ਵੇਂ ਨੂੰ ਸਿੰਘਾਸਨ ਤੋਂ ਉਤਾਰ ਦਿੱਤਾ ਗਿਆ ਸੀ। ਇਸ ਦੇ ਲਈ ਅਨੇਕ ਆਰਥਿਕ ਕਾਰਨ ਵੀ ਜ਼ਿੰਮੇਵਾਰ ਸਨ, ਜਿਨ੍ਹਾਂ ਵਿੱਚ ਪਹਿਲਾ ਹੈ ਸਰਕਾਰ ਦੀ ਆਰਥਿਕ ਦੁਰਬਲਤਾ ਜਾਂ ਕਮਜ਼ੋਰੀ। ਲੂਈ 16ਵੇਂ ਦੇ ਸਿੰਘਾਸਨ 'ਤੇ ਬਹਿਣ ਤੋਂ ਪਹਿਲਾਂ ਹੀ ਫਰਾਂਸ ਦੀ ਸਰਕਾਰ ਦੀਵਾਲੀਆ ਹੋ ਚੁੱਕੀ ਸੀ। ਲੂਈ 14ਵੇਂ ਨੇ 30 ਸਾਲ ਤੱਕ ਯੁੱਧ ਲੜੇ ਸਨ, ਜਿਨ੍ਹਾਂ ਵਿੱਚ ਰਾਜ ਦਾ ਬਹੁਤ ਧਨ ਖਰਚ ਹੋਇਆ ਸੀ। ਲੂਈ 15ਵੇਂ ਦੇ ਸ਼ਾਸਨਕਾਲ ਵਿੱਚ ਰਾਜ ਨੇ ਬਹੁਤ ਜੇ ਕੰਮ ਜਿਵੇਂ ਸੜਕਾਂ ਦਾ ਨਿਰਮਾਣ, ਹਸਪਤਾਲ ਖੋਲ੍ਹਣਾ ਅਤੇ ਗਰੀਬਾਂ ਦੀ ਸਹਾਇਤਾ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਏ ਸਨ। ਇਸ ਤੋਂ ਇਲਾਵਾ ਰਾਜ ਦਰਬਾਰੀਆਂ ਦੇ ਵਿਲਾਸਪੂਰਨ ਜੀਵਨ 'ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਗਏ ਅਤੇ ਰਾਜ ਦੀ ਆਰਥਿਕ ਸਥਿਤੀ ਦਿਨੋ ਦਿਨ ਵਿਗੜਦੀ ਗਈ। ਵਿਸ਼ੇਸ਼ ਰੂਪ ਨਾਲ ਇਸ ਲਈ ਵੀ ਕਿ ਸਰਕਾਰ ਦਾ ਖਰਚ ਤਾਂ ਦਿਨੋ ਦਿਨ ਵੱਧਦਾ ਗਿਆ, ਪਰੰਤੂ ਉਸਨੇ ਆਪਣੀ ਆਮਦਨ ਨੂੰ ਵਧਾਉਣ ਦੇ ਲਈ ਨਵੇਂ ਸਾਧਨ ਨਾ ਅਪਣਾਏ। ਬੈਡ ਲੱਕ ਦੇ ਕਾਰਨ ਫਰਾਂਸ ਨੂੰ ਇੰਗਲੈਂਡ ਦੇ ਵਿਰੁੱਧ 7 ਸਾਲਾ ਯੁੱਧ 'ਤੇ ਵੀ ਬਹੁਤ ਧਨ ਖਰਚ ਕਰਨਾ ਪਿਆ। ਇਹ ਯੁੱਧ 1756 ਈਸਵੀ ਤੋਂ ਲੈ ਕੇ 1763 ਈਸਵੀ ਤੱਕ ਲੜੇ ਗਏ ਸਨ। ਇਸ ਤਰ੍ਹਾਂ ਲੂਈ 16ਵੇਂ ਦੇ ਸ਼ਾਸਨਕਾਲ ਤੋਂ ਪਹਿਲਾਂ ਹੀ ਸਰਕਾਰ ਦੀ ਆਰਥਿਕ ਸਥਿਤੀ ਨਿਰਾਸ਼ਾਜਨਕ ਸੀ ਅਤੇ ਇਹ ਕਿਸੇ ਵੀ ਸਮੇਂ ਗੰਭੀਰ ਰੂਪ ਧਾਰਨ ਕਰ ਸਕਦੀ ਸੀ ਅਤੇ ਅਜਿਹਾ ਹੋਇਆ ਵੀ। ਅਗਲਾ ਆਰਥਿਕ ਕਾਰਨ ਹੈ ਧਨ ਦਾ ਅਸਮਾਨ ਵਿਤਰਣ। ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਇੱਕ ਧਨੀ ਦੇਸ਼ ਸੀ। ਇਸ ਦਾ ਵਿਦੇਸ਼ੀ ਵਪਾਰ 4 ਗੁਣਾ ਤੱਕ ਵੱਧ ਗਿਆ ਸੀ। ਉਦਯੋਗਿਕ ਖੇਤਰ ਵਿੱਚ ਵੀ ਦੇਸ਼ ਉੱਨਤੀ ਕਰ ਰਿਹਾ ਸੀ, ਪਰੰਤੂ ਫਰਾਂਸ ਦੀ ਇਸ ਖੁਸ਼ਹਾਲੀ ਦਾ ਲਾਭ ਕੇਵਲ ਉੱਚ ਵਰਗ ਦੇ ਪਾਦਰੀਆਂ, ਵੱਡੇ ਜਾਗੀਰਦਾਰਾਂ, ਵਪਾਰੀਆਂ ਅਤੇ ਉਦਯੋਗਪਤੀਆਂ ਤੱਕ ਹੀ ਸੀਮਿਤ ਰਿਹਾ ਸੀ। ਸਮਾਜ ਦੀ ਨਿਮਨ ਸ਼੍ਰੇਣੀਆਂ ਜਿਵੇਂ ਕਿਸਾਨਾਂ, ਛੋਟੇ ਪਾਦਰੀਆਂ ਅਤੇ ਮਜ਼ਦੂਰਾਂ ਨੂੰ ਇਸ ਖੁਸ਼ਹਾਲੀ ਦਾ ਕੋਈ ਲਾਭ ਨਹੀਂ ਪਹੁੰਚਿਆ ਸੀ। ਇਸ 'ਤੇ ਜਨਸੰਖਿਆ ਵਿੱਚ ਵਾਧਾ ਅਤੇ ਵਸਤੂਆਂ ਦੇ ਭਾਅ ਵਧਣ ਨਾਲ ਉਹਨਾਂ ਦੀ ਸਥਿਤੀ ਪਹਿਲਾਂ ਤੋਂ ਹੀ ਜ਼ਿਆਦਾ ਖਰਾਬ ਹੋ ਗਈ। ਆਰਥਿਕ ਪੱਖੋਂ ਸਮਾਜ ਦਾ ਇਹ ਵਿਭਾਜਨ ਕਿਸੇ ਵੀ ਸਮਾਂ ਸੰਕਟ ਦਾ ਕਾਰਨ ਬਣ ਸਕਦਾ ਸੀ। ਅਗਲਾ ਆਰਥਿਕ ਕਾਰਨ ਹੈ ਵਸਤੂਆਂ ਦੇ ਦਾਮਾਂ ਵਿੱਚ ਜਾਂ ਮੁੱਲਾਂ ਵਿੱਚ ਅਸਾਧਾਰਨ ਵਾਧਾ। 1741 ਈਸਵੀ ਦੇ ਬਾਅਦ ਫਰਾਂਸ ਵਿੱਚ ਮੁਦਰਾ ਦਾ ਪ੍ਰਸਾਰ ਹੋਇਆ, ਕਰਜ਼ ਸੰਬੰਧੀ ਸੁਵਿਧਾਵਾਂ ਵਿੱਚ ਵਾਧਾ ਹੋਇਆ ਅਤੇ ਦੇਸ਼ ਦੀ ਜਨਸੰਖਿਆ ਵੀ ਕਈ ਗੁਣਾ ਵੱਧ ਗਈ। ਸਿੱਟੇ ਵਜੋਂ ਦੈਨਿਕ ਜੀਵਨ ਦੀਆਂ ਵਸਤੂਆਂ ਦੇ ਭਾਅ ਵੀ ਬਹੁਤ ਵੱਧ ਗਏ। ਕਣਕ ਦੀ ਬਜਾਏ ਮੱਕੀ ਅਤੇ ਮੋਟਾ ਅਨਾਜ ਜ਼ਿਆਦਾ ਮਹਿੰਗਾ ਹੋ ਗਿਆ। ਪਰੰਤੂ ਜਿੱਥੇ ਦੈਨਿਕ ਜੀਵਨ ਵਿੱਚ ਪ੍ਰਯੋਗ ਆਉਣ ਵਾਲੀਆਂ
ਵਸਤੂਆਂ ਦੇ ਦਾਮ 45% ਵਧੇ, ਉੱਥੇ ਹੀ ਮਜ਼ਦੂਰ ਵਰਗ ਦੀ ਮਜ਼ਦੂਰੀ ਵਿੱਚ ਕੇਵਲ 22% ਦਾ ਹੀ ਵਾਧਾ ਹੋਇਆ। ਇਸ ਦੇ ਨਾਲ ਉਹਨਾਂ ਦੀ ਸਥਿਤੀ ਜ਼ਿਆਦਾ ਖਰਾਬ ਹੋ ਗਈ। ਵਸਤੂਆਂ ਦੇ ਦਾਮ ਵਧਣ ਨਾਲ ਜਨਤਾ ਦਾ ਅਸੰਤੋਸ਼ ਵੀ ਵੱਧਦਾ ਗਿਆ, ਜਿਸ ਨੇ ਜਲਦੀ ਹੀ ਉਗਰ ਰੂਪ ਧਾਰਨ ਕਰ ਲਿਆ। ਅਗਲਾ ਕਾਰਨ ਹੈ ਉਦਯੋਗਿਕ ਅਤੇ ਵਪਾਰਕ ਖੇਤਰ ਵਿੱਚ ਕਠਿਨਾਈਆਂ। ਫਰਾਂਸ ਦੇ ਵਪਾਰੀ ਅਤੇ ਉਦਯੋਗਪਤੀ ਅਨੇਕ ਆਂਤਰਿਕ ਜਾਂ ਅੰਦਰੂਨੀ ਕਰਾਂ ਨਾਲ ਜੋ ਉਹਨਾਂ ਨੂੰ ਸਥਾਨ ਤੇ ਦੇਣੇ ਪੈਂਦੇ ਸਨ, ਬੜੇ ਤੰਗ ਸਨ। ਉਹ ਦੇਸ਼ ਵਿੱਚ ਪ੍ਰਚਲਿਤ ਅਨੇਕ ਪ੍ਰਕਾਰ ਦੇ ਨਾਪ ਤੋਲਾਂ ਨੂੰ ਵੀ ਪਸੰਦ ਨਹੀਂ ਕਰਦੇ ਸਨ। ਇਹਨਾਂ ਦੇ ਕਾਰਨ ਉਹਨਾਂ ਨੂੰ ਵਪਾਰ ਵਿੱਚ ਕਠਿਨਾਈਆਂ ਹੁੰਦੀਆਂ ਸਨ। ਸਰਕਾਰੀ ਇੰਸਪੈਕਟਰਾਂ ਦੁਆਰਾ ਉਹਨਾਂ ਦੇ ਮਾਲ ਦੀ ਤਲਾਸ਼ੀ ਉਹਨਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਸੀ। 18ਵੀਂ ਸਦੀ ਵਿੱਚ ਐਡਮ ਸਮਿਥ ਤੇ ਫਰਾਂਸ ਦੇ ਅਰਥਸ਼ਾਸਤਰੀਆਂ ਨੇ ਵਪਾਰ ਸੰਬੰਧੀ ਪਾਬੰਦੀਆਂ ਅਤੇ ਸਰਕਾਰੀ ਨਿਯਮਾਂ ਦੀ ਨਿੰਦਾ ਕੀਤੀ। ਉਹਨਾਂ ਦਾ ਵਿਚਾਰ ਸੀ ਕਿ ਇਸ ਤਰ੍ਹਾਂ ਦੀ ਰੋਕਾਂ ਜਾਂ ਪ੍ਰਤੀਬੰਧ ਕੇਵਲ ਵਿਅਕਤੀਗਤ ਸੁਤੰਤਰਤਾ ਦੇ ਹੀ ਵਿਰੁੱਧ ਨਹੀਂ ਹਨ, ਬਲਕਿ ਆਰਥਿਕ ਪੱਖੋਂ ਵੀ ਹਾਨੀਕਾਰਕ ਹਨ। ਇਹਨਾਂ ਵਿਚਾਰਾਂ ਦੇ ਪ੍ਰਸਾਰ ਨਾਲ ਵਪਾਰਿਕ ਵਰਗ ਵਿੱਚ ਅਸੰਤੋਸ਼ ਵਧਿਆ ਅਤੇ ਇਹੀ ਅਸੰਤੋਸ਼ ਕ੍ਰਾਂਤੀ ਦਾ ਅੱਗੇ ਚੱਲ ਕੇ ਕਾਰਨ ਬਣਿਆ। ਅਗਲਾ ਕਾਰਨ ਹੈ ਦੋਸ਼ਪੂਰਨ ਕਰ ਵਿਵਸਥਾ। ਫਰਾਂਸ ਵਿੱਚ ਕਰ ਵਿਵਸਥਾ ਬਹੁਤ ਹੀ ਦੋਸ਼ਪੂਰਨ ਸੀ। ਉੱਥੋਂ ਦੇ ਵੱਡੇ ਵੱਡੇ ਜਾਗੀਰਦਾਰ ਅਤੇ ਉੱਚ ਪਾਦਰੀ ਕਰਾਂ ਤੋਂ ਮੁਕਤ ਸਨ। ਸਿੱਟੇ ਵਜੋਂ ਕਰਾਂ ਦਾ ਸਾਰਾ ਭਾਰ ਨਿਮਨ ਵਰਗ 'ਤੇ ਆ ਗਿਆ ਸੀ। ਕਰਾਂ ਵਿੱਚ ਵੀ ਕਈ ਤਰ੍ਹਾਂ ਦੇ ਪ੍ਰਤੱਖ ਅਤੇ ਅਪ੍ਰਤੱਖ ਕਰ ਆਉਂਦੇ ਸਨ। ਪ੍ਰਤੱਖ ਕਰ ਲਗਾਨ ਆਦਿ ਦੇ ਰੂਪ ਵਿੱਚ ਲਿੱਤੇ ਜਾਂਦੇ ਸਨ, ਜਦਕਿ ਅਪ੍ਰਤੱਖ ਕਰਾਂ ਵਿੱਚ ਠੇਕੇ 'ਤੇ ਦਿੱਤੇ ਜਾਣ ਵਾਲੇ ਕਰ ਸ਼ਾਮਿਲ ਸਨ। ਕਰਾਂ ਨੂੰ ਇਕੱਠਿਆ ਕਰਨ ਵਾਲਿਆਂ ਨੂੰ ਫਾਰਮਰਜ਼ ਕਿਹਾ ਜਾਂਦਾ ਸੀ। ਉਹ ਉਚਿਤ ਅਤੇ ਅਨੁਚਿਤ ਤਰੀਕਿਆਂ ਨਾਲ ਜ਼ਿਆਦਾ ਟੈਕਸ ਉਗਾਉਣ ਦੀ ਤਾਕ ਵਿੱਚ ਰਹਿੰਦੇ ਸਨ। ਸਿੱਟੇ ਵਜੋਂ ਕਰ ਇਕੱਠਾ ਕਰਦੇ ਸਮੇਂ ਕਿਸਾਨਾਂ ਨੂੰ ਅਨੇਕ ਸਰੀਰਕ ਕਸ਼ਟ ਦਿੱਤੇ ਜਾਂਦੇ ਸਨ। ਇਹਨਾਂ ਸਾਰਿਆਂ ਦੀ ਗਾਜ ਮੂਲ ਰੂਪ ਨਾਲ ਕਿਸਾਨਾਂ 'ਤੇ ਹੀ ਗਿਰਦੀ ਸੀ, ਕਿਉਂਕਿ ਉਹਨਾਂ ਨੂੰ ਹੀ ਇਹਨਾਂ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤਰ੍ਹਾਂ ਇਹਨਾਂ ਸਾਰੇ ਆਰਥਿਕ ਕਾਰਨਾਂ ਦੇ ਸਿੱਟੇ ਵਜੋਂ ਹੀ 1799 ਈਸਵੀ ਦੀ ਕ੍ਰਾਂਤੀ ਦੇ ਸਮੇਂ ਕਿਸਾਨ ਅਤੇ ਨਿਮਨ ਵਰਗ ਦੇ ਲੋਕ ਇਸ ਕ੍ਰਾਂਤੀ ਵਿੱਚ ਸ਼ਾਮਿਲ ਹੋ ਗਏ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਕੁਐਸਚਨ ਨੂੰ ਜਾਰੀ ਰੱਖਦੇ ਹੋਏ ਅੱਗੇ ਫਿਰ ਮਿਲਾਂਗੇ। ਬਹੁਤ ਬਹੁਤ ਧੰਨਵਾਦ।